अस्सलाम वालेकुम। AI न्यूज़ में खुश आमदीद। खबरों से पहले आपको लेकर चलते हैं इसार फोरम में, जहां पर बानी इसार फोरम अलहाज डॉक्टर फजल रहीम के ज़ेर एहतमाम डॉलर की बढ़ती हुई कीमत और महंगाई में होशरबा इजाफे के हवाले से प्रेस कॉन्फ्रेंस जारी है। न कहीं से दूर है मंजिलें, ना कोई करीब की बात है, न कहीं से दूर है मंजिल दुजा बेजमानगी हसनत जमीओ फिसालेगी सल्लू अलैहि वालेही मैं बुरों से लाख बुरा सही, मगर उनसे है मेरा वास्ता, मेरी लाज रख ले मेरे खुदा, ये तेरे हबीब की बात है, बलगल उला बेकमाल लेही कशफ दुजा बेजमाल लेही हसनत जमीओ की सालेगी सल्लू। एक महबूब की खातर सारा जहां बनाया, सारा जरा वली अल्लाह की है कि मोहम्मद से वफा तो हम तेरे हैं, ये जहाँ चीज है क्या अल्लाह जरा कदर सलमदा जिंदगी के पहलू अपनाता जिन्हें वो तो मिस हो गया, मिस्टी हो गया। कोई एक सीढ़ी है अल्लाह तक पहुंचते, अल्लाह जरे की जात किने दसी अगर सल्लम कुरान किने दे नाज़िल है अगर सल्लम राह हक किने दसिया अगर सल्लम रोशनी किने दसी अगर सल्लम जहल तो इंसान के में बड़े जिंदा लड़कियां दफन करने वाले अगर सल्लम की जी जात है वो तो एक जात ऐसी है तो छोटे भी कोई इदारे ख्याल में करे वो तो कोई मौलवी नहीं समझ सकता, मौलवी मुल्ला दे वास्ता रोक नहीं है। पहले भी डिस्कस हो रही थी रियासत मदीना के और मैं कह रहा था कि जिस दिन रियासत मदीना की गल की जा रही थी ना तो मैनू बड़ी जड़ा ना मैं मुस्कुरा रहा था, इस वास्ते मुस्कुरा रहा था कि किवें मुमकिन है कि तुसी रियासत मदीना बनाओ तो निज़ाम मुस्तफा लैके ना आओ, निज़ाम मुस्तफा तो बगैर किवें रियासत मदीना बन सकता। रियासत मदीना तो ऑलरेडी पहले भी सी, कुफार ਉਹਦਾ ਇੱਕ ਸਿਸਟਮ ਚਲਾ ਰਹੇ ਸਨ, ਲੇਕਿਨ ਚੇਂਜਿੰਗ ਉਹ ਰਿਆਸਤ ਮਦੀਨਾ ਜਿਹਦਾ ਅਸੀਂ ਤਸਵਰ ਦਿੰਦੇ ਆ ਉਹ ਤੇ ਉਹੀ ਹੈ ਨਾ ਕਿ ਜਦੋਂ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਨੇ ਅੱਲਾਹ ਦੇ ਅਹਕਾਮਾਤ ਜਦੋਂ ਨਾਫਜ਼ ਕੀਤੇ ਔਰ ਉਹ ਇੱਕ ਰਿਆਸਤ ਮਦੀਨਾ ਦਾ ਅਸੀਂ ਤਸਵਰ ਲੈ ਕੇ ਉਹ ਕਹਿੰਦੇ ਆ ਤੇ ਅਸੀਂ ਕਈ ਸਾਲ ਇਹਦੇ ਤੇ ਅਸੀਂ ਰਹੇ, ਲੇਕਿਨ ਹਾਲੇ ਆ ਕਿ ਅਕਸਰ ਔਕਾਤ ਇਹ ਸਵਾਲ ਹੁੰਦਾ ਹੈ ਕਿ ਯਾਰ ਕਿਸ ਤਰੀਕੇ ਨਾਲ, ਜਿਵੇਂ ਕਿ ਅੱਜ ਦਾ ਏਜੰਡਾ ਕੀ ਹੈ ਸਾਡਾ ਕਿ ਡਾਲਰ ਦੀ ਉੱਚੀ ਉਡਾਨ ਤੇ ਪੈਸੇ ਦੀ ਬਦਹਾਲੀ ਤੇ ਬਿਜਲੀ ਦੇ ਬਿੱਲਾਂ ਦੀ ਜੋ ਪੋਜੀਸ਼ਨ ਮਹਿੰਗਾਈ ਤੇ ਔਰ ਆਖਰ ਤੇ ਡਾਕਟਰ ਸਾਹਿਬ ਨੇ ਦੇਖੋ ਇਹਦੇ ਤੇ ਸਹਾਫਤ ਦਾ ਕਿਰਦਾਰ ਚੂੰਕਿ ਅੱਜ ਦੇ ਸਾਡੇ ਗੈਸਟ ਵੀ ਉਹਨਾਂ ਦਾ ਖਾਸ ਤਲਕ ਇੱਕ ਸਹਾਫਤ ਨਾਲ ਉਸ ਹਵਾਲੇ ਨਾਲ ਡਿਸਕਸ ਔਰ ਦੀਗਰ ਦੋਸਤ ਵੀ ਜ਼ਿਆਦਾਤਰ ਜ਼ਾਹਿਰ ਜਿਨ੍ਹਾਂ ਦਾ ਤਲਕ ਹੈ ਸਹਾਫਤ ਦੇ ਨਾਲ
ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਸਿਰਫ ਆਪਣੀ ਜ਼ਿੰਦਗੀ ਨੂੰ, ਅਗਰ ਅਸੀਂ ਆਪਣੀ ਜ਼ਿੰਦਗੀ ਨੂੰ, ਮੈਂ ਸਮਝਣਾ ਕਿ ਅਗਰ ਅਸੀਂ 20% ਵੀ, ਅਸੀਂ 20% ਵੀ ਆਪਣੀ ਜ਼ਿੰਦਗੀ ਸੀਰਤੇ ਨਬਵੀ ਦੇ ਮੁਤਾਬਕ ਆਪਣੇ ਨੂੰ ਢਾਲ ਲਈਏ ਤਾਂ ਸਾਰੀ ਜ਼ਿੰਦਗੀ ਦੀਆਂ ਔਰ ਸਾਰੀ ਮੁਆਸ਼ੀ ਹਾਲਾਤ ਵੀ ਠੀਕ ਹੋ। ਤੁਸੀਂ ਸਾਊਦੀ ਅਰਬ ਦੇਖੋ ਨਾ ਕਿ ਉਹੀ ਸਾਊਦੀਅਨ ਨੇ ਜਿਹੜੇ ਹਰਮ ਵਾਸਤੇ ਇੰਡੀਆ ਚੋਂ, ਪਾਕਿਸਤਾਨ ਚੋਂ ਫੰਡ ਵਾਸਤੇ ਆਉਂਦੇ ਸਨ, ਜਦੋਂ ਉਸੇ ਨਿਜ਼ਾਮ ਮੁਸਤਫਾ ਰਿਆਸਤ ਮਦੀਨਾ ਬਣੀ, ਉਹ ਰਿਆਸਤ ਮਦੀਨਾ ਜਿੱਥੇ ਨਬੀ ਪਾਕ ਸੱਲਮ ਨੇ ਦੇ ਅਹਿਕਾਮਾਤ ਔਰ ਅੱਲਾਹ ਦੇ ਅਹਿਕਾਮਾਤ ਜਿਹੜੇ ਨੇ ਉਹ ਨਾਫਜ਼ ਕੀਤੇ ਗਏ, ਉੱਥੇ ਬਹਾਰਾਂ ਆ ਗਈਆਂ। ਪੂਰੇ ਦੁਨੀਆ ਦਾ ਇੱਕ ਐਸਾ ਖਿੱਤਾ ਸੀ ਜਿੱਥੇ ਇੱਕ ਘਾਸ ਵੀ ਨਹੀਂ ਸੀ ਉੱਗਦੀ, ਔਰ ਉਸ ਨਿਜ਼ਾਮ ਦੀ ਨਫਾਜ਼ ਦੀ ਵਜ੍ਹਾ ਨਾਲ, ਉਹਦੇ ਤੇ ਅਮਲ ਦੀ ਵਜ੍ਹਾ ਨਾਲ ਅੱਜ ਅੱਲਾਹ ਦੇ ਹੁਕਮ ਦੇ ਨਾਲ ਉਹੀ ਏਰੀਆ, ਉਹੀ ਇਲਾਕਾ ਅੱਜ ਜਿਨ੍ਹਾਂ ਕੋਲੋਂ ਫੰਡ ਲੈ ਰਹੇ ਤੇ ਅੱਜ ਉਹਨਾਂ ਨੂੰ ਭੀਖ ਦੇ ਰਹੇ ਨੇ। ਔਰ ਅਸੀਂ ਭੀਖ ਮੰਗਣ ਵਾਸਤੇ ਜਾਂਦੇ। ਸਾਡੇ ਪ੍ਰਾਈਮ ਮਿਨਿਸਟਰਸ ਜਿਹੜੇ ਨੂੰ ਆਪ ਕਹਿੰਦੇ ਨੇ ਕਿ ਮੈਂ ਆਇਆ ਤੇ ਜਨਾਬ ਉਹ ਤੁਸੀਂ ਸਾਰਾ ਜਾਣਦੇ ਹੋ ਮੈਂ ਕੋਈ ਭੀਖ ਮੰਗਣ ਵਾਸਤੇ ਨਹੀਂ ਆਇਆ, ਹਾਲਾਂਕਿ ਅਸੀਂ ਭੀਖ ਮੰਗਣ ਹੀ ਜਾਂਦੇ। ਕੋਈ ਵੀ ਪ੍ਰਾਈਮ ਮਿਨਿਸਟਰ ਆਉਂਦਾ ਸਭ ਤੋਂ ਪਹਿਲਾਂ ਦੌਰਾ ਕਰੇਗਾ ਸਾਡੀ ਮਦਦ ਕਰੋ। ਮੈਂ ਸਮਝਣਾ ਕਿ ਅੱਲਾਹ ਦੇ ਨਬੀ ਦੀ ਜ਼ਿੰਦਗੀ ਦੇ ਮੁਤਾਬਕ ਸੁਬਹ, ਮੈਨੂੰ ਪਹਿਲੇ ਨਹੀਂ ਸੀ ਪਤਾ, ਜਿਵੇਂ ਮੈਂ ਪੜ੍ਹਿਆ ਡਾਕਟਰ ਸਾਹਿਬ ਕਿ ਅੱਲਾਹ ਨਬੀ ਸੁਬਹ ਜਦੋਂ ਉੱਠਦੇ ਸਨ ਤੇ ਉਹ ਨੀਮ ਗਰਮ ਪਾਣੀ 'ਚ ਸ਼ਹਿਦ ਦਾ ਇੱਕ ਜਿਹੜਾ ਨਾ ਚਮਚ ਲੈਂਦੇ ਔਰ ਉਹ ਪੀਂਦੇ। ਮੇਰੀ ਵੀ ਰੂਟੀਨ ਹੈ ਘਰ 'ਚ, ਮੈਂ ਬੱਚਿਆਂ ਦੀ ਵੀ ਕੋਸ਼ਿਸ਼ ਕਰਨਾ, ਲੇਕਿਨ ਮੈਂ ਖੁਦ ਜ਼ਰੂਰ ਕੋਸ਼ਿਸ਼ ਕਰਦਾ ਔਰ ਮੈਂ ਦੇਖਿਆ ਉਹਨੂੰ ਇਸਤੇਮਾਲ ਕਰਕੇ। ਮੈਂ ਕੁਛ ਸਾਲ ਤੋਂ ਇਸਤੇਮਾਲ ਕਰ ਰਿਹਾ। ਯਕੀਨ ਜਾਣੋ ਕਿ ਉਹ ਅਸੀਂ ਜਦੋਂ ਸਟਾਰਟ ਲੈਂਦੇ ਹਾਂ ਤਾਂ ਨਾਸ਼ਤੇ ਦੀ ਫਿਕਰ ਨਹੀਂ ਹੁੰਦੀ, ਤੁਹਾਡੀ ਐਨਰਜੀ ਸਾਰੀ ਪੂਰੀ ਹੋਈ ਹੈ। ਮਾਮੂਲੀ ਜਿਹੀ ਇੱਕ ਚੀਜ਼ ਹੈ ਔਰ ਜੀ ਸਾਡੀ ਨਜ਼ਰ ਫੌਰੀ ਹੁੰਦੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਮੈਂ ਬਹੁਤ ਮਸ਼ਕੂਰ ਹਾਂ ਜੀ ਇਸਾਰ ਫੋਰਮ ਦਾ ਕਿ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਕੋਈ ਇੱਥੇ ਆਵਾਂ ਅਤੇ ਦੋਸਤਾਂ ਨਾਲ ਆਪਣੇ ਦਿਲ ਦੀਆਂ ਦੋ ਗੱਲਾਂ ਕਰਾਂ ਅਤੇ ਤੁਹਾਡੇ ਸਾਰਿਆਂ 'ਚ ਬੈਠਾ ਉੱਠਾਂ ਅਤੇ ਕੁਛ ਸਿੱਖਣ ਦਾ ਵੀ ਮੌਕਾ ਮਿਲਿਆ। ਡਾਕਟਰ ਸਾਹਿਬ ਨੇ ਅੱਗੇ ਬੜੀ ਪਿਆਰੀ ਗੱਲਾਂ ਸੁਣੀਆਂ, ਮਜ਼ਹਬੀ ਗੱਲਾਂ ਵੀ ਸੁਣੀਆਂ ਨੇ। ਮੈਨੂੰ ਸਭ ਤੋਂ ਪਹਿਲੇ ਤਾਂ ਮੈਂ ਸਾਰੇ ਦੋਸਤਾਂ ਕੋਲੋਂ ਇਹ ਵੀ ਮਾਜ਼ਰਤ ਚਾਹਾਂਗਾ ਕਿ ਮੇਰੇ ਲੇਟ ਆਉਣ 'ਤੇ ਮੈਂ ਡਿਲੀਬਰੇਟਲੀ ਲੇਟ ਨਹੀਂ ਹੋਇਆ। ਮੇਰੀ ਪੂਰੀ ਕੋਸ਼ਿਸ਼ ਸੀ, ਮੈਂ ਬਿਲਕੁਲ ਵਿਹਲਾ ਸਾਂ ਸ਼ਾਮ ਦਾ, ਲੇਕਿਨ ਉਹ ਜਿਹਨੂੰ ਵੇਦੀਗਰ ਐਟ ਦਾ 11th ਆਰ ਉਹ ਕੋਈ ਬੰਦੇ ਐਸੇ ਆ ਗਏ ਕਿ ਮੈਂ ਮਤਲਬ ਮਜਬੂਰ ਹੋ ਗਿਆ। ਠੀਕ ਹੈ ਜੀ, ਟਾਈਮ ਵੀ 8 ਵਜੇ ਦਾ ਕਿਹਾ ਸੀ, 8 ਵਜੇ ਆਈ ਸੋਲਰ ਸਾਹਿਬ ਨੇ ਸੱਤ ਕਰ ਦਿੱਤਾ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਮੈਂ ਸੋਲਰ ਸਾਹਿਬ ਕੋਲੋਂ ਮਾਜ਼ਰਤ ਕਰਾਂਗਾ। ਠੀਕ ਹੈ, ਅੱਛਾ ਜੀ। ਹੁਣ ਅਸੀਂ ਗੱਲ ਦੇਖੋ, ਬੜੇ ਅੱਛੀ ਗੁਫ਼ਤਗੂ ਕੀਤੀ, ਡਾਕਟਰ ਸਾਹਿਬ ਨੇ ਬੜੀ ਅੱਛੀ ਗੁਫ਼ਤਗੂ ਕੀਤੀ, ਸੋਲਰ ਸਾਹਿਬ ਨੇ ਦੀਨ ਦੀਆਂ ਗੱਲਾਂ ਕੀਤੀਆਂ, ਜਿਹੜੇ ਕਾਇਨਾਤ ਦੇ ਬਾਦਸ਼ਾਹ ਨੇ ਉਹਨਾਂ ਦੀ ਗੱਲਾਂ ਕੀਤੀਆਂ। ਉਸ ਤੋਂ ਬਾਅਦ ਇਹ ਡਾਲਰ ਦੀ ਗੱਲ ਕਰਨਾ ਅਤੇ ਬਿਜਲੀ ਦੇ ਬਿੱਲਾਂ ਦੀ ਗੱਲ ਕਰਨਾ ਮੈਨੂੰ ਇਸ ਤਰ੍ਹਾਂ ਲੱਗਦਾ ਪਿਆ ਕਿ ਮੈਨੂੰ ਬਹੁਤ ਜਿਹੜਾ ਨਾ, ਮੈਂ ਬੜੀਆਂ ਛੋਟੀਆਂ ਗੱਲਾਂ ਕਰਨ ਲੱਗਾ। ਠੀਕ ਹੈ ਜੀ, ਲੇਕਿਨ ਇਹ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੈ, ਸਾਡੀ ਸਰਵਾਈਵਲ ਲਾਈਨ ਦੇ ਵਿੱਚ। ਸਰਵਾਈਵਲ ਬੇਸ਼ੱਕ ਸਾਡੀ ਦੀਨ ਦੇ ਵਿੱਚ, ਲੇਕਿਨ ਇਹਨਾਂ ਤੋਂ ਵੀ ਅਸੀਂ ਜਿਹੜਾ ਕਤਈ ਨਜ਼ਰ ਅਸੀਂ ਨਹੀਂ ਚੱਲ ਸਕਦੇ। ਮੈਂ ਕੋਈ ਜੀ 25 ਸਾਲ ਪੜ੍ਹਾਇਆ ਹੈ, ਸਾਇੰਸ ਪੜ੍ਹਾਈ ਹੈ, ਮੈਥ ਔਰ ਫਿਜ਼ਿਕਸ, FSc ਔਰ BSc ਮੈਥ ਫਿਜ਼ਿਕਸ। ਮੈਥ ਡਿਗਰੀ ਕਰ ਲਈ ਨਹੀਂ ਜੀ, ਮੈਂ ਆਪਣੇ ਤੌਰ 'ਤੇ ਆਪਣੀ ਅਕੈਡਮੀ ਸੀ ਮੇਰੀ। ਠੀਕ ਹੈ, ਮੈਂ ਉਸ ਤੋਂ ਇਲਾਵਾ ਲਾਮਾ ਇਕਬਾਲ ਓਪਨ ਯੂਨੀਵਰਸਿਟੀ ਦਾ ਟਿਊਟਰ ਵੀ ਹਾਂ ਜੀ। ਠੀਕ ਹੈ, 2-3 ਕਾਲਜਾਂ 'ਚ ਪੜ੍ਹਾਇਆ ਵੀ ਹੈ, ਖੁੱਲੀਆਂ ਕਿ ਸਾਇੰਸ ਕਾਲਜ, ਸਿਟੀ ਸਾਇੰਸ ਕਾਲਜ, ਉੱਥੇ ਮੈਂ ਵਿਜ਼ਿਟਿੰਗ ਸਕਾਲਰ ਵੀ ਰਿਹਾ। FSc ਔਰ BSc ਮੇਰੇ ਕੋਈ ਕਸੂਰ ਦਾ ਡਿਪਾਰਟਮੈਂਟ ਐਸਾ ਹੋਣਾ ਵੀ ਜਿੱਥੇ ਜਾਵਾਂ ਤੇ ਮੇਰਾ ਕੋਈ ਸ਼ਾਗਿਰਦ ਨਾ ਬੈਠਾ ਹੋਵੇ। ਕੋਈ ਸਕੂਲ ਕਾਲਜ ਐਸਾ ਨਹੀਂ ਹੈ ਜਿੱਥੇ ਮੈਂ ਜਾਵਾਂ ਤੇ ਮੇਰਾ ਕੋਈ ਸਟੂਡੈਂਟ ਉੱਥੋਂ ਦਾ ਅੱਛਾ ਟੀਚਰ ਨਾ ਹੋਵੇ। ਠੀਕ ਹੈ ਜੀ। ਇਹ ਸੋ ਮੈਂ ਹਮੇਸ਼ਾ ਆਪਣੇ ਸਟੂਡੈਂਟਸ ਨੂੰ, ਔਰ ਜਰਨਲਿਜ਼ਮ 'ਚ ਵੀ ਅਗਰ ਕੋਈ ਮੈਨੂੰ ਇਸ ਕਾਬਲ ਸਮਝਦਾ ਤਾਂ ਪੁੱਛਣ ਆ ਜਾਂਦਾ, ਅਤੇ ਮੈਂ ਜਦੋਂ ਇਕਨੋਮਿਕਸ ਦੀ ਗੱਲ ਹੁੰਦੀ ਤਾਂ ਮੈਂ ਉਹਨਾਂ ਨੂੰ ਹਮੇਸ਼ਾ ਇੱਕ ਗੱਲ ਕਹਿੰਦਾ ਕਿ ਜੇ ਤੁਸੀਂ ਇਕੋਨਮੀ ਨੂੰ ਸਮਝਣਾ ਔਰ ਇਕਨੋਮਿਕਸ ਨੂੰ ਸਮਝਣਾ ਤਾਂ ਤੁਸੀਂ ਆਪਣੇ ਪੂਰੇ ਮੁਲਕ ਨੂੰ ਇੱਕ ਘਰ ਦੀ ਤਰ੍ਹਾਂ ਸਮਝੋ। ਕਿ ਜਿਸ ਤਰ੍ਹਾਂ ਅਸੀਂ ਆਪਣੇ ਘਰ ਦਾ ਇੱਕ ਬਜਟ ਬਣਾਉਂਦੇ ਹਾਂ, ਘਰ ਦੀਆਂ ਚੀਜ਼ਾਂ ਲੈ ਕੇ ਆਉਂਦੇ ਹਾਂ ਆਪਣੀ ਇਨਕਮ ਦੇ ਮੁਤਾਬਕ, ਅਗਰ ਅਸੀਂ ਆਪਣੀ ਇਨਕਮ ਤੋਂ ਐਕਸੀਡ ਕਰਨੇ ਹਾਂ, ਠੀਕ ਹੈ, ਅਤੇ ਅਸੀਂ ਯਕੀਨਨ ਫਿਰ ਆਪਣੇ ਘਰ ਦੇ ਐਕਸਪੈਂਸਿਸ ਨੂੰ ਮੀਟ ਕਰਨ ਵਾਸਤੇ ਮਕਰੂਜ਼ ਹੋ ਜਾਂਦੇ ਹਾਂ, ਕਰਜ਼ੇ ਚੁੱਕਣੇ ਹਾਂ। ਅਗਰ ਅਸੀਂ ਆਪਣੀ ਇਨਕਮ ਦੇ ਮੁਤਾਬਕ ਅਸੀਂ ਚੱਲਾਂਗੇ ਤਾਂ ਸਾਨੂੰ ਕਰਜ਼ੇ ਨਹੀਂ ਲੈਣੇ ਪੈਣਗੇ। ਇਸੇ ਤਰ੍ਹਾਂ ਹੀ ਅਸੀਂ ਮਿਸਾਲ ਦੇ ਤੌਰ 'ਤੇ ਇੱਕ ਘਰ ਹੈ, ਉਹ 3 ਟਾਈਮ ਖਾਣਾ ਅਗਰ ਉਹਦਾ ਬਾਹਰੋਂ ਆਉਂਦਾ ਹੈ, ਉਹ ਘਰ ਨਹੀਂ ਪਕਾਉਂਦਾ, ਅਤੇ ਜ਼ਾਹਿਰ ਹੁੰਦੇ ਐਕਸਪੈਂਡੀਚਰ ਜਿਹੜੇ ਬੜੇ ਰਾਈਜ਼ ਹੋ ਜਾਂਦੇ। ਇਸੇ ਤਰ੍ਹਾਂ ਹੀ ਜਦੋਂ ਅਸੀਂ ਡਾਲਰ ਦੀ ਉੱਚੀ ਉਡਾਣ ਦੀ ਗੱਲ ਕਰ ਰਹੇ ਹਾਂ ਤਾਂ ਬਿਲਕੁਲ ਇਸੇ ਬੇਸਿਕ ਥਿਊਰੀ ਦੇ ਤਹਿਤ ਅਸੀਂ ਚੱਲ ਰਹੇ ਹਾਂ ਕਿ ਡਾਲਰ ਦੀ ਕੀਮਤ ਕਿਸੇ ਵੀ ਮੁਲਕ ਵਿੱਚ, ਪਾਕਿਸਤਾਨ ਦੀ ਕਿਸੇ ਵੀ ਮੁਲਕ 'ਚ ਉਸ ਵੇਲੇ ਜ਼ਿਆਦਾ ਹੁੰਦੀ ਹੈ ਜਿਸ ਵੇਲੇ ਸਾਡੀ ਇੰਪੋਰਟ ਔਰ ਐਕਸਪੋਰਟ ਦਾ ਬੈਲੈਂਸ ਡਿਸਟਰਬ ਹੁੰਦਾ ਹੈ।
ਇੰਬੈਲੈਂਸ ਆਫ ਇੰਪੋਰਟਸ ਐਂਡ ਐਕਸਪੋਰਟਸ ਜਿਹੜੀ ਉਹ ਹਮੇਸ਼ਾ ਡਾਲਰ ਨੂੰ ਉਹਦੇ ਕੀਮਤ ਨੂੰ ਜਿਹੜੀ ਹੈ ਉਹ ਵਧਾਉਂਦੀ ਹੈ। ਠੀਕ ਹੈ, ਬਦਕਿਸਮਤੀ ਨਾਲ ਸਾਡੇ ਮੁਲਕ ਦੇ ਵਿੱਚ ਹਮੇਸ਼ਾ ਜਿਹੜੀ ਹੈ ਅਸੀਂ ਚੀਜ਼ਾਂ ਬਾਹਰੋਂ ਹੀ ਮੰਗਵਾਈਆਂ ਨੇ। ਈਵਨ ਕਿ ਗੰਦਮ ਔਰ ਚੀਨੀ ਵੀ ਬਾਸਕਤ ਸਾਨੂੰ ਬਾਹਰੋਂ ਮੰਗਵਾਉਣੀ ਪੈਂਦੀ ਹੈ। ਬਾਹਰ ਅਸੀਂ ਚੀਜ਼ਾਂ ਭੇਜਣ ਵਾਸਤੇ ਸਾਡੇ ਬਹੁਤ ਬਿਜ਼ਨਸਮੈਨ ਬੈਠੇ ਨੇ, ਬਹੁਤ ਘੱਟ ਐਸੀ ਪ੍ਰੋਡਕਟਸ ਨੇ ਸਾਡੀਆਂ ਜਿਹੜੀਆਂ ਅਸੀਂ ਬਣਾ ਕੇ ਤੇ ਬਾਹਰ ਭੇਜਦੇ ਹਾਂ। ਅਗਰ ਜਾਂਦੀਆਂ ਵੀ ਨੇ ਤਾਂ ਅਸੀਂ ਉਹਨਾਂ ਦਾ ਦੁਨੀਆ ਦੀਆਂ ਦੂਸਰੀਆਂ ਚੀਜ਼ਾਂ ਨਾਲ ਮਾਰਕੀਟ ਨਾਲ, ਇੰਟਰਨੈਸ਼ਨਲ ਮਾਰਕੀਟ ਨਾਲ ਅਸੀਂ ਕੰਪੀਟ ਨਹੀਂ ਕਰ ਪਾਉਂਦੇ। ਠੀਕ ਹੈ, ਸਾਡੇ ਡਾਲਰ ਦੀ ਕੀਮਤ ਵਧਣ ਦਾ ਜਾਂ ਸਾਡੀ ਕਰੰਸੀ ਦੇ ਡੀਵੈਲਿਊ ਹੋਣ ਦੀ ਇੱਕ ਇਹ ਬਹੁਤ ਵੱਡੀ ਵਜ੍ਹਾ ਹੈ। ਇਟ ਇਜ਼ ਵਨ ਆਫ ਦਾ ਮੇਨ ਰੀਜ਼ਨਸ। ਅੱਛਾ, ਜਦੋਂ ਅਸੀਂ ਇਹ ਗੱਲ ਕਰਨੇ ਆ ਤੇ ਇੱਕ ਹੋਰ ਚੀਜ਼ ਜਿਹੜੀ ਹੈਗੀ ਹੈ ਕਿ ਸਾਡੀ ਪੋਲੀਟੀਕਲ ਇਨਸਟੇਬਿਲਿਟੀ, ਜਿਹੜਾ ਸਿਆਸੀ ਅਦਮ ਇਸਤਹਿਕਾਮ ਹੈ, ਉਹ ਸਾਨੂੰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਔਰ ਸਾਨੂੰ ਦੂਸਰੀਆਂ ਚੀਜ਼ਾਂ ਦੇ ਵਿੱਚ ਬਿਲਕੁਲ ਸਾਨੂੰ ਡੀਗ੍ਰੇਡ ਕਰਦਾ ਹੈ ਔਰ ਸਾਡੇ ਕਰੰਸੀ ਦੀ ਵੈਲਿਊ ਨੂੰ ਘੱਟ ਕਰਦਾ ਹੈ। ਪੋਲੀਟੀਕਲ ਇਨਸਟੇਬਿਲਿਟੀ ਹੈ। ਉਸ ਤੋਂ ਬਾਅਦ ਅਸੀਂ ਜਿਹੜੇ ਕਰਜ਼ਿਆਂ ਦੇ ਉੱਤੇ ਚੱਲਣੇ ਪਏ ਹਾਂ, ਕਰਜ਼ਿਆਂ ਦੀਆਂ ਅਸੀਂ ਕਿਸ਼ਤਾਂ ਦੇਣੀਆਂ ਹੁੰਦੀਆਂ ਹੈ। ਅਸੀਂ ਇੱਕ ਮਕਰੂਜ਼ ਮੁਲਕ ਹਾਂ, ਮਤਲਬ ਸਾਡੇ ਕੋਲ ਆਪਣੇ ਅਸਲ ਅਸਾਸੇ ਕੋਈ $2 ਬਿਲੀਅਨ ਦੇ ਬਰਾਬਰ ਵੀ ਨਹੀਂ ਗਏ। ਠੀਕ ਹੈ, ਜਿਹੜੇ ਮੁਲਕ ਦੇ ਆਪਣੇ ਫੋਰਨ ਐਕਸਚੇਂਜ, ਆਪਣੇ ਐਸੈਟਸ ਇੰਨੇ ਘੱਟ ਨੇ ਔਰ ਉਸ ਤੋਂ ਕਿਤੇ ਜ਼ਿਆਦਾ ਉਹਨਾਂ ਨੂੰ ਕਿਸ਼ਤਾਂ ਦੇਣੀਆਂ ਪੈਂਦੀਆਂ ਨੇ, ਤੇ ਐਸੀ ਸੂਰਤ ਦੇ ਵਿੱਚ ਸਾਨੂੰ ਜਿਹੜਾ ਹੈ ਆਪਣੀ ਕਰੰਸੀ ਨੂੰ ਡੀਵੈਲਿਊ ਕਰਨਾ ਪੈਂਦਾ ਹੈ। ਠੀਕ ਹੈ ਜੀ। ਉਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਠੀਕ ਹੈ ਨਾ, ਜਦੋਂ ਤੁਹਾਡੀ ਲੇਬਰ ਮਹਿੰਗੀ ਹੋਵੇਗੀ, ਤੁਹਾਡੀ ਬਿਜਲੀ ਮਹਿੰਗੀ ਹੋਵੇਗੀ, ਇਹ ਸਾਰੀਆਂ ਚੀਜ਼ਾਂ ਹੁੰਦੀਆਂ, ਉਸ ਵਕਤ ਤੁਹਾਡੀ ਜਿਹੜੀ ਐਕਸਪੋਰਟ ਹੈ ਉਹ ਬਿਲਕੁਲ ਜ਼ੀਰੋ ਹੋ ਜਾਂਦੀ। ਦੇਖੋ ਸਾਡੀ ਚਮੜੇ ਦੀ ਇੰਡਸਟਰੀ, ਸਾਡੀ ਟੈਕਸਟਾਈਲ ਦੀ ਇੰਡਸਟਰੀ ਫੋਰਨ ਕੰਟਰੀਜ਼ ਨਾਲ ਕਿਉਂ ਨਹੀਂ ਅਸੀਂ ਉਹਨਾਂ ਦੇ ਮੁਕਾਬਲਾ ਕਰ ਪਾ ਰਹੇ? ਕਿਉਂਕਿ ਸਾਨੂੰ ਟੈਕਸਿਸ ਇੰਨੇ ਕੁ ਪੈ ਜਾਂਦੇ ਨੇ, ਸਾਨੂੰ ਉਹਦੀ ਪ੍ਰੋਡਕਟ ਦੀ ਕੀਮਤ ਹੀ ਇੰਨੀ ਜ਼ਿਆਦਾ ਪੈ ਜਾਂਦੀ ਹੈ ਕਿ ਅਸੀਂ ਦੁਨੀਆ ਦੇ ਕਿਸੇ ਮੁਲਕ ਨਾਲ ਮਾਰਕੀਟ 'ਚ ਬੈਠ ਕੇ ਮੁਕਾਬਲਾ ਹੀ ਨਹੀਂ ਕਰ ਪਾਉਂਦੇ। ਔਰ ਅਸੀਂ ਜਦੋਂ ਇਹ ਚੀਜ਼ਾਂ ਬਾਹਰੋਂ ਖਰੀਦਾਂਗੇ ਡਾਲਰ ਦੇ ਕੇ, ਸਾਡੇ ਮੁਲਕ 'ਚ ਡਾਲਰ ਆਣੇ ਨਹੀਂ ਬਲਕਿ ਜਾ ਰਹੇ ਨੇ ਡਾਲਰ, ਤੇ ਤੁਹਾਡੀ ਕਰੰਸੀ ਦੀ ਵੈਲਿਊ ਹਮੇਸ਼ਾ ਜਿਹੜੀ ਉਹ ਨੀਚੇ ਹੀ ਆਵੇਗੀ, ਉੱਪਰ ਕਦੀ ਨਹੀਂ। ਠੀਕ ਹੈ। ਉਸ ਤੋਂ ਬਾਅਦ ਮੈਂ ਤੁਹਾਨੂੰ ਬੰਗਲਾਦੇਸ਼ ਦੀ ਇੱਕ ਛੋਟੀ ਜਿਹੀ ਮਿਸਾਲ ਦਿਆਂਗਾ ਔਰ ਆਪਣੀ ਗੁਫ਼ਤਗੂ ਨੂੰ ਮੈਂ ਹਰ ਲਮੇ ਕੋਸ਼ਿਸ਼ ਕਰ ਰਿਹਾ ਕਿ ਵਾਈਂਡ ਅਪ ਕਰਾਂ। ਬੰਗਲਾਦੇਸ਼ ਦੇ ਵਿੱਚ ਵੀ ਬਿਜਲੀ ਦਾ ਕ੍ਰਾਈਸਿਸ ਬਹੁਤ ਸ਼ਿੱਦਤ ਇਖਤਿਆਰ ਕਰ ਗਿਆ ਸੀ। ਉਦੋਂ ਬੰਗਲਾਦੇਸ਼ ਪਾਕਿਸਤਾਨ ਨਾਲੋਂ ਪਿੱਛੇ ਹੀ ਸੀ। ਅੱਜ ਤੋਂ ਕੋਈ 10 ਤੋਂ 15 ਸਾਲ ਪੁਰਾਣੀ ਗੱਲ ਸੁਣਾ। ਬੰਗਲਾਦੇਸ਼ ਨੇ ਪੂਰੀ ਦੁਨੀਆ 'ਚ ਵਾਵੇਲਾ ਮਚਾਇਆ ਔਰ ਪੂਰੀ ਦੁਨੀਆ ਕੋਲ ਮਦਦ ਮੰਗੀ ਕਿ ਯਾਰ ਸਾਡਾ એનર્ਜੀ ਕ੍ਰਾਈਸਿਸ ਹੈ ਤੇ ਸਾਨੂੰ એનર્ਜੀ ਕ੍ਰਾਈਸਿਸ ਤੋਂ ਨਿਕਲਣ ਵਾਸਤੇ ਪੂਰੀ ਦੁਨੀਆ ਸਾਡੀ ਮਦਦ ਕਰੇ, ਵਰਨਾ ਅਸੀਂ ਕਲੈਪਸ ਕਰ ਜਾਂਦੇ। ਪੂਰੀ ਦੁਨੀਆ 'ਚੋਂ NGOs ਆਈਆਂ, ਗਵਰਨਮੈਂਟ ਨੇ NGOs ਨਾਲ MOU ਸਾਈਨ ਕੀਤਾ। ਉਹਨੇ ਕਿ ਜੀ 1 ਮਿਲੀਅਨ ਸਾਡੇ ਫਾਰਮਰਸ ਨੂੰ ਕਨੈਕਸ਼ਨ ਅਗਰ ਤੁਸੀਂ ਦੇ ਦਿਓ 2 ਸਾਲ ਦੇ ਅੰਦਰ, ਤੇ ਸਾਡੀ ਇਲੈਕਟ੍ਰਿਸਿਟੀ ਦੀ ਕੰਜ਼ੰਪਸ਼ਨ ਘੱਟ ਜਾਏਗੀ, ਸਾਡੇ ਜਿਹੜੇ ਮਹਿਕਮੇ ਦੇ ਲੋਕ ਨੇ ਉਹਨਾਂ ਦੇ ਉੱਤੇ ਵੀ ਬਰਡਨ ਘੱਟ ਜਾਏਗਾ, ਸਾਨੂੰ ਜਨਾਬ ਉਹ ਖੰਭੇ ਤੇ ਤਾਰਾਂ ਦਾ ਖਰਚਾ ਵੀ ਘੱਟ ਜਾਏਗਾ, ਸਾਨੂੰ ਕਿਸੇ ਤਰੀਕੇ ਨਾਲ ਸਾਡੇ 10 ਲੱਖ ਜਿਹੜਾ ਫਾਰਮਰ ਕੰਜ਼ਿਊਮਰ ਉਹਨੂੰ ਤੁਸੀਂ ਸੋਲਰ ਲਾ ਕੇ ਟਿਊਬਵੈਲ ਚਲਾ ਦਿਓ। ਕੰਪਨੀਆਂ ਆਈਆਂ ਬਾਹਰੋਂ, ਉਹਨਾਂ ਨੇ ਇੱਕ ਸਿੰਪਲ ਗਵਰਨਮੈਂਟ ਐਗਰੀਮੈਂਟ ਸਾਈਨ ਕੀਤਾ ਕਿ ਜਿੰਨਾ ਕਿਸੇ ਨੂੰ ਬਿਜਲੀ ਦਾ ਬਿੱਲ ਆਉਂਦਾ ਨਾ, ਜਨਵਰੀ ਤੋਂ ਦਸੰਬਰ ਤੱਕ ਫਰਜ਼ ਕੀਤਾ, ਹਰ ਮਹੀਨੇ ਜਿਹੜੇ ਮਹੀਨੇ ਦਾ ਬਿੱਲ ਹੈ ਪਿਛਲੇ ਸਾਲ ਦਾ ਬਿੱਲ ਵੇਖ ਲਓ, ਉਹਨਾਂ ਬਿੱਲ ਬੈਂਕ 'ਚ ਪੇ ਕਰ ਦਿਓ। ਇਹ ਤੁਹਾਡੀ ਟੋਟਲ ਕਾਸਟ ਹੈ। ਜਿਸ ਵੇਲੇ ਤੁਹਾਡੇ ਸਾਰੇ ਪੈਸੇ ਲੱਗ ਜਾਣ, ਐਡਵਾਂਸ ਕੋਈ ਨਹੀਂ, ਕੋਈ ਕੁਛ ਨਹੀਂ, ਤੁਹਾਨੂੰ ਕਰਕੇ ਲਾ ਕੇ ਚਾਲੂ ਕਰਕੇ ਦੇ ਦੇਣਾ। ਉਹਨਾਂ ਨੇ 2 ਸਾਲ ਦੇ ਪ੍ਰੋਜੈਕਟ ਨੂੰ 1 ਸਾਲ ਦੇ ਵਿੱਚ ਮੁਕੰਮਲ ਕੀਤਾ। ਠੀਕ ਹੈ, ਬੰਗਲਾਦੇਸ਼ ਦੇ 1 ਮਿਲੀਅਨ ਜਿਹੜਾ ਫਾਰਮਰ ਸੀ, ਉਹਨੂੰ ਜਿਸ ਵੇਲੇ ਸੋਲਰ એનર્ਜੀ ਮਿਲ ਗਈ ਤੇ ਉਹਨਾਂ ਦਾ ਬਿਜਲੀ ਦੀ ਕੰਜ਼ੰਪਸ਼ਨ ਘੱਟ ਗਈ। ਫਿਰ ਉਹਨਾਂ ਨੇ ਰਿਕੁਐਸਟ ਕੀਤੀ ਕਿ ਤੁਸੀਂ ਇਹ ਟਾਰਗੇਟ 2 ਸਾਲਾਂ ਵਾਲਾ 1 ਸਾਲ 'ਚ ਪੂਰਾ ਕੀਤਾ, ਤੁਸੀਂ ਸਾਨੂੰ 1 ਮਿਲੀਅਨ ਜਿਹੜਾ ਡੋਮੈਸਟਿਕ ਕੰਜ਼ਿਊਮਰ ਹੈ, ਜਿਹੜਾ ਬਾਰ-ਬਾਰ ਡਿਸਟਰਬ ਹੁੰਦਾ ਹੈ, ਠੀਕ ਹੈ, ਤੁਸੀਂ ਉਹਨਾਂ ਨੂੰ ਵੀ ਜਨਾਬ ਬਿਜਲੀ ਸਾਨੂੰ ਦਿਓ। ਠੀਕ ਹੈ, ਉਹਨਾਂ ਨੇ ਉਹ ਜਿਹੜਾ ਅਗਲਾ 2 ਸਾਲ ਦਾ ਜਿਹੜਾ ਪ੍ਰੋਜੈਕਟ ਸੀ ਉਹਨੂੰ ਵੀ ਉਹਨਾਂ ਨੇ 1.5 ਸਾਲ 'ਚ ਪੂਰਾ ਕੀਤਾ ਔਰ 1 ਮਿਲੀਅਨ ਦੀ ਬਜਾਏ 2 ਮਿਲੀਅਨ ਡੋਮੈਸਟਿਕ ਯੂਜ਼ਰਸ ਜਿਹੜੇ ਨੇ ਉਹਨਾਂ ਨੇ ਬਿਜਲੀ ਸੋਲਰ ਦੇ ਉੱਤੇ ਫਰਾਹਮ ਕੀਤੀ। ਉਹਨਾਂ ਕੋਲ ਇੰਨੀ ਬਿਜਲੀ ਵਾਧੂ ਹੋ ਗਈ ਕਿ ਉਹਨਾਂ ਨੇ ਬਿਜਲੀ ਇੰਡਸਟਰੀ ਨੂੰ ਫ੍ਰੀ ਕਰ ਦਿੱਤੀ। ਅੱਜ ਪਾਕਿਸਤਾਨ ਔਰ ਦੁਨੀਆ ਦੇ ਜਿੰਨੇ ਔਰ ਇਹਦੇ ਬੰਗਲਾਦੇਸ਼ ਦੇ ਔਰ ਏਸ਼ੀਆ ਦੇ ਮਮਾਲਿਕ ਨੇ ਉਹ ਆਪਣੀ ਸਾਰੀ ਇੰਡਸਟਰੀ ਉੱਧਰ ਲਿਜਾ ਰਹੇ ਨੇ। ਉਹ ਮੈਂ ਦੱਸੋ ਕਿ ਜਿੱਥੇ ਫੋਰਨ ਇਨਵੈਸਟਰ ਜਾ ਰਿਹਾ, ਇੰਡਸਟਰੀ ਲੱਗ ਰਹੀ ਹੈ, ਉਸ ਜਗ੍ਹਾ ਦੇ ਉੱਤੇ ਤਰੱਕੀ ਨਹੀਂ ਹੋਵੇਗੀ ਤੇ ਕਿੱਥੇ ਹੋਵੇਗੀ? ਮੈਂ ਸਮਝਦਾ ਕਿ ਸਾਡੇ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਸਾਡੇ ਨਾਲ ਸਿੰਸੀਅਰ ਨਹੀਂ ਗਏ। ਕਿਆ ਇਹ ਸਟੈਪ ਪਾਕਿਸਤਾਨ ਨਹੀਂ ਲੈ ਸਕਦਾ ਸੀ? ਕਿਆ ਇਹ ਸਟੈਪ ਜਿਹੜਾ ਪਾਕਿਸਤਾਨ ਬੰਗਲਾਦੇਸ਼ ਨੂੰ ਵੇਖ ਕੇ ਵੀ ਲੈ ਸਕਦਾ ਸੀ? ਠੀਕ ਹੈ,
ਇਹਦੇ 'ਚ ਬੰਗਲਾਦੇਸ਼ ਨੂੰ ਕੀ ਖਰਚ ਕਰਨਾ ਪਿਆ? ਜ਼ੀਰੋ, ਕੋਈ ਇਨਵੈਸਟਮੈਂਟ ਨਹੀਂ। ਠੀਕ ਹੈ, ਇਨਵੈਸਟਮੈਂਟ ਆ ਗਈ ਆਪਣੇ ਮੁਲਕ ਦੇ ਵਿੱਚ। ਉਸ ਤੋਂ ਬਾਅਦ ਬੰਗਲਾਦੇਸ਼ ਨੂੰ ਜਨਾਬ ਅਸੀਂ ਐਪਰੀਸ਼ੀਏਟ ਕਰਨੇ ਆ ਕਿ ਬੰਗਲਾਦੇਸ਼ ਨੇ ਬਹੁਤ ਸਾਰੇ ਇੰਡਸਟਰੀ ਜ਼ੋਨ ਐਸੇ ਫ੍ਰੀ ਬਣਾਏ ਨੇ ਕਿ ਜਿੱਥੇ ਬਹੁਤ ਸਾਰੇ ਨਵੀਆਂ ਇੰਡਸਟਰੀਆਂ ਪੈਦਾ ਹੋਈਆਂ। ਅੱਜ ਸਾਊਦੀ ਅਰਬ ਵਿੱਚ ਜਾਂ ਦੂਸਰੀਆਂ ਜਗ੍ਹਾ ਤੇ ਜਾ ਕੇ ਜਿੱਥੇ ਬੰਗਲਾਦੇਸ਼ ਦੇ ਲੋਕ ਬੜੇ ਘੱਟ ਵੇਜਿਸ ਦੇ ਉੱਤੇ ਕੰਮ ਕਰਦੇ ਸੀ, ਹੁਣ ਉੱਥੇ ਜਾ ਕੇ ਉਹ ਵੀ ਪਾਕਿਸਤਾਨੀ ਉਹ ਆਪਣੇ ਪੈਰਾਂ ਤੇ ਖਲੋ ਕੇ ਸਹੀ ਪੈਸੇ ਮੰਗਦੇ ਨੇ। ਠੀਕ ਹੈ ਜੀ, ਇਸ ਲਈ ਅਗਰ ਬਿਜਲੀ ਦੇ ਕ੍ਰਾਈਸਿਸ ਨੇ, ਇੰਡਸਟਰੀ ਦੇ ਕ੍ਰਾਈਸਿਸ ਨੇ, ਪੋਲੀਟੀਕਲ ਇੰਸਟੇਬਿਲਿਟੀ ਹੈ, ਠੀਕ ਹੈ, ਇਹਨਾਂ ਦੀ ਕਰਪਸ਼ਨ ਹੈ, ਲੁੱਟ ਮਾਰ ਹੈ, ਉਹਦਾ ਸਾਰਾ ਖਮਿਆਜ਼ਾ ਜਿਹੜਾ ਆਵਾਮ ਭੁਗਤ ਰਹੀ ਹੈ। ਐਗਜ਼ੈਕਟਲੀ। ਠੀਕ ਹੈ, ਹੁਣ ਗੱਲ ਆ ਗਈ ਪੂਰੇ ਕੌਮ ਨੂੰ ਇਮਰਾਨ ਖਾਨ ਨੇ ਦਿੱਤਾ ਹੈ। ਅਸੀਂ ਕਿਸੇ ਵੀ ਪੋਲੀਟੀਕਲ ਫਿਗਰ ਨੂੰ, ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਡਿਸਕਸ ਨਹੀਂ ਕਰਦੇ, ਲੇਕਿਨ ਇਹ ਇੱਕ ਹਕੀਕਤ ਹੈ ਕਿ ਲੋਕਾਂ ਨੂੰ ਜ਼ੁਬਾਨ ਲੱਗ ਗਈ ਹੈ। ਲਾਈ ਜਿੰਨੇ ਮਰਜ਼ੀ ਜਾਂ ਭੁੱਖੇ ਮਰਦਿਆਂ ਨੂੰ ਜ਼ੁਬਾਨ ਲੱਗ ਗਈ ਹੈ। ਲੋਕਾਂ ਨੂੰ ਜ਼ੁਬਾਨ ਲੱਗ ਗਈ ਹੈ, ਲੋਕ ਹੁਣ ਖਾਮੋਸ਼ ਨਹੀਂ ਔਰ ਅੱਗੇ ਵੀ ਖਾਮੋਸ਼ ਨਹੀਂ ਰਹਿੰਦੇ। ਲੋਕਾਂ ਨੂੰ ਸਮਝ ਲੱਗ ਗਈ ਹੈ, ਆਵਾਮ ਪੜ੍ਹੀ ਲਿਖੀ ਜਨਰੇਸ਼ਨ ਅੱਗੇ ਆ ਗਈ ਹੈ, ਉਹਨਾਂ ਨੂੰ ਸਮਝ ਲੱਗ ਗਈ ਹੈ ਕਿ ਸਾਡਾ ਖੂਨ ਚੂਸਣ ਵਾਲੇ ਜਿਹੜੇ ਨੇ, ਖੂਨ ਚੂਸਣ ਵਾਲੀ ਇਹ ਬਿਊਰੋਕ੍ਰੇਸੀ ਹੈ, ਇਹ ਐਸਟੈਬਲਿਸ਼ਮੈਂਟ ਹੈ। ਖੂਨ ਚੂਸਣ ਵਾਲੇ ਜਿਹੜੇ ਇਹ ਚੰਦ ਇੱਕ ਲੋਕ ਨੇ ਜਿਨ੍ਹਾਂ ਦੇ ਕੋਲ ਸਾਰੇ ਮੁਲਕ ਦੀ ਸਾਰੀ ਦੌਲਤ ਹੈ। ਠੀਕ ਹੈ ਜੀ, ਸਿਰਫ ਮੇਰਾ ਖਿਆਲ ਹੈ ਪਾਕਿਸਤਾਨ 'ਚ 5% ਲੋਕ ਨੇ ਜਿਨ੍ਹਾਂ ਕੋਲ ਪੂਰੇ ਮੁਲਕ ਦੀ ਜਿਹੜੀ ਹੈ ਕੋਈ 90% ਦੌਲਤ ਜਿਹੜੀ ਹੈ ਉਹਨਾਂ ਚੰਦ ਇੱਕ ਲੋਕਾਂ ਕੋਲ, ਜਿਹੜੇ ਗਰੀਬ ਨੂੰ ਐਕਸਪਲੋਇਟ ਕਰਦੇ ਨੇ। ਠੀਕ ਹੈ ਜੀ, ਇੱਕ ਮਾਫੀਆ ਹੈ, ਨੈਸ਼ਨਲ ਮਾਫੀਆ ਦੇ ਨਾਲ ਇੰਟਰਨੈਸ਼ਨਲ ਮਾਫੀਆ ਜਿਹੜਾ ਚੀਜ਼ਾਂ ਨੂੰ ਕੰਟਰੋਲ ਕਰਦਾ ਹੈ। ਜਿਹੜੀ ਚੀਜ਼ ਉਹਨਾਂ ਦੇ ਚਾਹਦੇ ਨੂੰ ਦੀ ਕੀਮਤ ਵੱਧ ਜਾਂਦੀ, ਜਿਹੜੀ ਚੀਜ਼ ਚਾਹਦੇ ਨੂੰ ਦੀ ਕੀਮਤ ਘੱਟ ਜਾਂਦੀ, ਉਹਦੇ ਪਿੱਛੇ ਜਿਹੜੇ ਇਕਨੋਮਿਕਸ ਦੇ ਰੂਲਸ ਜਿਹੜੇ ਨੇ ਸਾਰੇ ਖਤਮ ਹੋ ਗਏ ਨੇ। ਮਾਫੀਆ ਪੂਰੀ ਦੁਨੀਆ ਨੂੰ ਚਲਾ ਰਿਹਾ, ਮਾਫੀਆ ਏਸ਼ੀਆ ਨੂੰ ਚਲਾ ਰਿਹਾ, ਮਾਫੀਆ ਪਾਕਿਸਤਾਨ ਨੂੰ ਚਲਾ ਰਿਹਾ, ਹਰ ਲੈਵਲ 'ਤੇ ਇੱਕ ਮਾਫੀਆ ਮੌਜੂਦ ਹੈ। ਅਗਰ ਤੁਸੀਂ ਉਸ ਮਾਫੀਆ ਦਾ ਸਿਸਟਮ ਦਾ ਹਿੱਸਾ ਜੇ, ਤੁਹਾਨੂੰ ਚੀਜ਼ਾਂ ਵੀ ਸਮਝ ਆ ਜਾਂਦੀਆਂ ਤੇ ਤੁਹਾਡੀ ਖੱਲ ਵੀ ਵੱਜ ਜਾਂਦੀ। ਅਗਰ ਤੁਸੀਂ ਉਸ ਸਿਸਟਮ ਦਾ, ਉਸ ਮਾਫੀਆ ਦੇ ਹਿੱਸਾ ਨਹੀਂ ਤੁਸੀਂ ਮਾਰੇ ਪੋਲੀ ਦੀ ਸੰਦ ਜਿਹੜੇ ਹੁੰਦਾ ਸਵਾਲ ਜੇ ਰੰਗ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗਾ ਸਾਰੇ ਆਪਣੇ ਜਿਹੜੇ ਲਿਸਨਰ ਨੇ ਕਿ ਸਾਡੇ ਕੋਲ ਕਪਾਹ ਦੀ ਬਹੁਤਾਤ ਬਹੁਤ ਕਪਾਹ ਹੈ, ਲੇਕਿਨ ਬੰਗਲਾਦੇਸ਼ ਇੱਕ ਫੁੱਟੀ ਪੈਦਾ ਨਹੀਂ ਹੁੰਦੀ। ਕਪਾਹ ਦੀ ਇੱਕ ਫੁੱਟੀ ਵੀ ਉਹ ਪਰਚੇਜ਼ ਕਰਦਾ ਹੈ, ਉਹਨੂੰ ਸੂਤਰ ਬਣਾ ਕੇ ਕਰਕੇ। ਇਸ ਵੇਲੇ ਬੰਗਲਾਦੇਸ਼ is the top of the garment of the ਕਿਹੜੇ ਦੇ ਵਿੱਚ ਬੰਗਲਾਦੇਸ਼ is the top। ਪਹਿਲੇ ਥਾਈਲੈਂਡ ਸੀ, ਹੁਣ ਬੰਗਲਾਦੇਸ਼ is top। ਜਿਹੜੇ ਲੋਕ ਮੁਖਲਸ ਹੈ ਆਪਣੇ ਮੁਲਕ, ਉਹ 4 ਸਾਲ ਦੀ ਗੱਲ ਹੈ, ਉਹਨਾਂ ਦੇ ਇੱਕ ਅਸੈਂਬਲੀ ਵਾਲੇ ਨੇ ਕਿਹਾ ਕਿ ਇਹ ਵਜ਼ੀਰ ਸੀ, ਉਹਨੇ ਕਿਹਾ ਕਿ ਅਸੀਂ ਬੇਨਜ਼ੀਰ ਭੁੱਟੋ ਦਾ ਇੱਥੇ ਵੀ ਦਈਏ ਲੋਕਾਂ ਨੂੰ ਰਿਲੀਫ ਤੇ ਕਾਰਡ ਇਸ਼ੂ ਕਰੀਏ। ਪੂਰੀ ਫਿਲਮ ਹੈ। ਉਹਨੇ ਕਿਹਾ ਗੱਲ ਸੁਣਾ ਅਸੈਂਬਲੀ 'ਚ, ਅਸੀਂ ਕੌਮ ਨੂੰ ਫਕੀਰ ਨਹੀਂ ਬਣਾਉਣਾ, ਮੈਂ ਇੰਡਸਟਰੀ ਸਕੂਲ ਖੋਲਾਂਗਾ, ਉੱਥੇ ਲੜਕੀਆਂ ਨੂੰ ਤਰਬੀਅਤ ਦਿੱਤੀ ਜਾਏਗੀ, ਉੱਥੇ ਗਾਰਮੈਂਟ ਬਣਨਗੇ, ਐਕਸਪੋਰਟ ਹੋਏਗੀ। ਹੀ ਟੋਲਡ ਇਨ ਦ ਅਸੈਂਬਲੀ। ਇਹ ਮੋਟੋ ਹੈ। ਨੰਬਰ 2, ਸਾਡੇ ਕੋਲ ਚਮੜੇ ਦੀ ਸਨਅਤ ਦਾ ਬੇਸ਼ੁਮਾਰ ਚਮੜਾ ਮੌਜੂਦ ਹੈ, ਲੇਕਿਨ ਅਸੀਂ ਉਵੇਂ ਰਾਜ ਭੇਜਦੇ ਨੇ, ਕਪਾਹ ਤਾਂ ਰਾਜ ਭੇਜਦੇ ਨੇ। ਮੇਰੇ ਦਿਲ 'ਚੋਂ ਮਿਟ ਕਰ ਗਿਆ ਉਹ ਕੰਟਰੀ ਜਾਂ ਲੱਕੜ ਬਾਹਰ ਘੱਲ ਦਿੰਦਾ ਸੀ। ਹੁਣ ਉਹਦਾ ਜਿਹੜਾ ਪ੍ਰੈਟੀ ਹੈ, ਜਿਹੜਾ ਕੋਈ 10 ਸਾਲ ਤੋਂ ਜਿਹੜਾ ਵਜ਼ੀਰ ਹੈ, ਉਹਨੇ ਉਹਦਾ ਫਰਨੀਚਰ ਬਣਾ ਕੇ ਦੁਨੀਆ 'ਚ ਐਕਸਪੋਰਟ ਕੀਤਾ, ਔਰ ਐਕਸਪੋਰਟ ਉਹਦੀ ਇੰਨੀ ਹੈ ਕਿ ਯੂ ਕੈਨ ਨਾਟ ਇਮੈਜਿਨ ਦੈਟ। ਦੇਖੋ ਜਿੰਨੀ ਦੇਰ ਤੱਕ ਸਾਡੇ ਰਹਿਬਰ ਤੇ ਰਹਿਨੁਮਾ ਇਨਸਾਨ ਦੇ ਬੱਚਾ ਨਹੀਂ ਆਉਣਗੇ, ਕੌਮਾਂ ਵਿਕਦੀਆਂ ਰਹਿਣਗੀਆਂ ਵੋਟਾਂ 'ਤੇ। ਇਹ ਇਨਕਲਾਬ ਕਦੀ ਨਹੀਂ ਆ ਸਕਦਾ। ਇਨਕਲਾਬ ਉਦੋਂ ਹੀ ਆਏਗਾ ਜਦੋਂ ਆਕਾ ਸੱਲਮ ਖਰਬਾ ਸਲਾਬ ਹਬੀਬੁੱਲਾ ਨਬੀ ਅੱਲਾ ਉਹਨਾਂ ਦੀ ਰਾਹੇ ਮੁਸਤਕੀਮ 'ਤੇ ਚੱਲਣ ਵਾਸਤੇ ਉਹਨਾਂ ਦਾ ਇਸਲਾਮੀ ਦਸਤੂਰ ਨਹੀਂ ਆਏਗੀ। ਪਾਕਿਸਤਾਨ ਦੇ ਵਿੱਚ ਕਦੀ ਤਬਦੀਲੀ ਪੈਦਾ ਹੋਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਸਾਨੂੰ ਆਪਣੇ ਆਪ ਨੂੰ ਟ੍ਰਿਪਲ ਕੀਮਤ ਨੂੰ ਲੈਣੇ ਆ। ਔਰ ਮਜ਼ੇ ਦੀ ਗੱਲ ਹੈ ਕਿ ਜਾਪਾਨ ਦੇ ਵਿੱਚ ਲੋਹਾ ਨਹੀਂ ਗਾ। ਠੀਕ ਹੈ, ਜਾਪਾਨ ਦੀ ਆਪਣੀ ਕੋਈ ਫੌਜ ਨਹੀਂ ਹੈਗੀ, ਔਰ ਜਾਪਾਨ ਦੇ ਅਜੇ ਤੱਕ ਕਦੀ ਕੋਈ ਮਤਲਬ ਕਿਸੇ ਮੁਲਕ ਨੇ ਹਮਲਾ ਵੀ ਉਵੇਂ ਕਰਕੇ ਤੇ ਉਹ ਤਹਿਸ ਨਹਿਸ ਤੇ ਉਹ ਇਨਸਟੇਬਿਲਿਟੀ ਦਾ ਸ਼ਿਕਾਰ ਨਹੀਂ ਗਾ। ਠੀਕ ਹੈ, ਜਿਨ੍ਹਾਂ ਨੇ ਕੰਮ ਕਰਨਾ ਡਾਕਟਰ, ਜਿਹੜੀਆਂ ਕੌਮਾਂ ਨੇ, ਠੀਕ ਹੈ, ਸਾਡੀਆਂ ਕੌਮਾਂ ਰੋਟੀ ਦਾਲ 'ਚ ਨਹੀਂ ਨਿਕਲਦੀਆਂ ਪਈਆਂ ਤੇ ਇਹਨਾਂ ਦੀ ਸੋਚ ਉਸ ਤੋਂ ਅੱਗੇ ਨਹੀਂ ਗਈ। ਠੀਕ ਹੈ, ਇੱਕ ਮੈਂ ਹੋਰ ਚੀਜ਼ ਐਡ ਕਰਾਂ ਤਾਂ ਜਿਹੜੀ ਨਵੀਂ ਹੈ, ਜਿਹੜੀ ਕਰੋਨਾ ਦੇ ਵਿੱਚ ਪੂਰੀ ਦੁਨੀਆ ਨੂੰ ਜਿਹਨੇ ਰੀਸ਼ੇਪ ਕੀਤਾ ਹੈ। ਦੇਖੋ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਸਾਡੇ ਮੁਲਕ ਦੇ ਅੰਦਰ ਜਿਹੜਾ ਹੈ ਉਹ ਆਵੇ ਡਾਲਰ ਆਉਣ। ਠੀਕ ਹੈ, ਉਹਦੇ ਇੱਕ ਤਾਂ ਬਿਜ਼ਨਸ ਕਮਿਊਨਿਟੀ ਹੈ ਜਿਹੜੀ ਕੰਮ ਕਰਕੇ ਮੁਲਕ 'ਚ ਡਾਲਰ ਲਿਆ ਸਕਦੀ ਹੈ। ਇੱਕ ਹੋਰ ਨਵੀਂ ਚੀਜ਼ ਆਈ ਹੈ
ਜਦੋਂ ਡਾਕਟਰ ਸਾਹਿਬ ਕਰੋਨਾ ਆਇਆ ਹੈ ਤੇ ਕਰੋਨਾ ਦੇ ਦਿਨਾਂ ਦੇ ਵਿੱਚ ਤਕਰੀਬਨ ਪੂਰੀ ਦੁਨੀਆ 'ਚ ਜਿਹੜਾ ਜੌਬ ਕੱਟ ਲੱਗਾ 50% ਜੌਬ ਕੱਟ ਲੱਗਾ, ਯਾਨੀ ਕਿ ਅੱਧੇ ਲੋਕ ਕੰਮ ਕਰਨ ਲਈ ਫੈਕਟਰੀਆਂ ਤੇ ਦਫ਼ਤਰਾਂ ਨੂੰ ਕੱਢ ਦਿੱਤਾ ਗਿਆ ਕਿ ਜਨਾਬ ਅਸੀਂ ਸਰਵਾਈਵ ਨਹੀਂ ਕਰ ਸਕਦੇ ਫਾਰਮ ਜੋਬਸ। ਜਿਸ ਵੇਲੇ ਕਰੋਨਾ ਖਤਮ ਹੋਇਆ ਜੀ ਤੇ ਉਹਨਾਂ ਲੋਕਾਂ ਨੂੰ ਵਾਪਸ ਬੁਲਾਇਆ ਗਿਆ ਹੈ ਤੇ ਉਹਨਾਂ ਨੇ ਕਿਹਾ ਜੀ ਅਸੀਂ ਨਹੀਂ ਆਉਣਾ, ਅਸੀਂ ਆਪਣੇ ਸੈੱਟ ਹੋ ਗਏ 2 ਸਾਲ ਦੇ ਪੀਰੀਅਡ ਦੇ ਅੰਦਰ, ਠੀਕ ਹੈ। ਇਹਦੇ 'ਚ ਕੈਨੇਡਾ ਸ਼ਾਮਲ ਹੈ, ਇਹਦੇ 'ਚ ਬਹੁਤ ਸਾਰੇ ਯੂਰਪ ਦੇ ਕੰਟਰੀਜ਼ ਸ਼ਾਮਲ ਨੇ, ਇਹਦੇ ਵਿੱਚ ਇੰਗਲੈਂਡ ਔਰ ਅਮਰੀਕਾ ਵੀ ਸ਼ਾਮਲ ਹੈ, ਠੀਕ ਹੈ। ਉੱਥੇ ਇੱਕ ਬੁਹਰਾਨ ਪੈਦਾ ਹੋ ਗਿਆ। ਉਹ ਬੁਹਰਾਨ ਕਿਉਂ ਪੈਦਾ ਹੋਇਆ ਕਿ ਉਹ 2 ਸਾਲਾਂ ਦੇ ਵਿੱਚ ਉਹਨਾਂ ਲੋਕਾਂ ਨੇ ਆਨਲਾਈਨ ਕੰਮ ਕਰਨਾ ਸਿੱਖ ਲਿਆ। ਆਨਲਾਈਨ ਉਹਨਾਂ ਨੇ ਅਸੀਂ ਜਿੰਨੇ ਮਹੀਨੇ 'ਚ ਪੈਸੇ ਕਮਾਣੇ ਤੁਸੀਂ 2 ਦਿਨਾਂ 'ਚ ਵੀ ਕਮਾ ਲੈਣੇ। ਫਿਰ ਇਹਦੇ 'ਚ ਸਾਡੇ ਕੋਲ ਟਾਈਮ ਦੀ ਫਲੈਕਸੀਬਿਲਿਟੀ ਹੈ, ਠੀਕ ਹੈ। ਔਰ ਪੂਰੀ ਦੁਨੀਆ ਦੇ ਵਿੱਚ ਇਸ ਵਕਤ ਆਨਲਾਈਨ ਅਰਨਿੰਗ ਇੱਕ ਰਿਐਲਿਟੀ ਬਣ ਗਈ ਹੈ। ਅਗਰ ਜੇ ਕੁਝ ਫਰਾਡ ਵੀ ਵਿੱਚ ਆ ਗਏ ਨੇ ਉਹ ਤੁਹਾਨੂੰ ਕੇਅਰਫੁਲ ਹੋਣ ਦੀ ਜ਼ਰੂਰਤ ਹੈ। ਜੀ ਜੀ ਆਨਲਾਈਨ ਅਰਨਿੰਗ ਵਿੱਚ ਪਾਕਿਸਤਾਨ ਅਲਹਮਦੁਲਿਲਾ ਇੰਡੀਆ ਨਾਲ ਅੱਗੇ ਹੈ। ਅੱਛਾ ਜੀ ਸਰ, ਇੰਡੀਆ ਦਾ ਚੌਥਾ ਨੰਬਰ ਪਾਕਿਸਤਾਨ ਦਾ ਤੀਸਰਾ ਨੰਬਰ, ਕਿਉਂਕਿ ਪੈਸੇ ਕਮਾਉਣ ਵਾਲਾ ਕੰਮ ਹੈ ਨਾ, ਇਹਦੇ 'ਚ ਆਪਾਂ ਕਰੇਗਾ ਪੈਸੇ ਕਮਾਉਣ ਦੇ ਵਿੱਚ, ਠੀਕ। ਇਹਨਾਂ ਨੇ ਐਸੇ ਰਾਹ ਲੱਭੇ ਨੇ ਪਾਕਿਸਤਾਨ ਇੰਡੀਆ ਨੂੰ ਨੇੜੇ ਨਹੀਂ ਲੱਗਣ ਦੇਗਾ, ਠੀਕ ਹੈ। ਹੁਣ ਉਹਨਾਂ ਦੇ ਜ਼ਰੀਏ ਮੁਲਕ 'ਚ ਡਾਲਰ ਆ ਰਹੇ ਨੇ ਸਾਡੇ ਕੋਲ, ਠੀਕ ਹੈ ਜੀ। ਔਰ ਇਹਦੇ 'ਚ ਅਗਰ ਗੌਰਮੈਂਟ ਹੌਸਲਾ ਅਫਜ਼ਾਈ ਕਰੇ, ਨੌਜਵਾਨਾਂ ਨੂੰ ਤਰਬੀਅਤ ਦੇਵੇ, ਵੈਸੇ ਗੌਰਮੈਂਟ ਨੇ ਫ੍ਰੀ ਪ੍ਰੋਗਰਾਮ 3 ਮਹੀਨਿਆਂ ਦੇ ਸ਼ੁਰੂ ਕੀਤੇ ਨੇ। ਮੈਂ ਇਸ ਵਾਸਤੇ ਦੱਸ ਰਿਹਾ ਕਿ ਲੋਕਾਂ ਤੱਕ ਅਵੇਅਰਨੈਸ, ਹਾਂਜੀ ਇਸ 2-2.5 ਸਾਲ ਪਹਿਲੇ ਨਹੀਂ ਇਮਰਾਨ ਖਾਨ ਦੇ ਦੌਰ 'ਚ ਸ਼ੁਰੂ ਹੋ ਗਿਆ ਸੀ। ਇਹਨੂੰ ਕੰਟੀਨਿਊ ਸ਼ਬਾਜ਼ ਸ਼ਰੀਫ ਨੇ ਵੀ ਰੱਖਿਆ ਹੈ। ਇਸ ਵਕਤ ਵੀ ਸਰਕਾਰੀ ਅਦਾਰਿਆਂ ਜੋ ਗੈਰ ਸਰਕਾਰੀ ਅਦਾਰਿਆਂ 'ਚ ਆਨਲਾਈਨ ਬਿਜ਼ਨਸ ਸਿਖਾਇਆ ਜਾ ਰਿਹਾ। 3 ਮਹੀਨਿਆਂ 'ਚ ਐਡੇ ਐਡੇ ਬੱਚੇ 2-2 ਲੱਖ ਰੁਪਏ ਮਹੀਨਾ ਕਮਾ ਰਹੇ हैं। तुझको बताऊं कि तारीख उमम क्या है, तुझको बताऊं कि तारीख उमम क्या है, शमशीर व सना अव्वल तौसर बाबा वो फ्री दे रहे हैं बंद करने पे जो सरकारी इस्तेमाल हो रहा है या जो लाइन लॉसेज हो रहा है। जिन निकला है अवाम डॉक्टर साहब इस वक्त 12 से 15% जो है वो हमारे लाइन लॉसेज है। रुकना ही नहीं। नोबडी कैन कंट्रोल ना हुआ अवाम का जो हाल है। मैं सत्ताधार ख्याल जनाब इज़्ज़त पर इंतहाई काबिल डॉक्टर फदर साहब और चेयरपर्सन, करोड़ों अल्लाह ताला की रहमतें, करोड़ों करोड़ फजल और रहमतें आप पर हों कि आप एक अच्छे काज के लिए हमेशा इकट्ठे होते हैं। जैसे कि मेरे मौसम ने फरमाया कि नबी पाक सल्लल्लाहु अलैहि वसल्लम के हवाले से बात की जाए, तो जब हम कुरान पाक शुरू करते हैं तो कहते हैं अलिफ लाम मीम। तमाम कायनात का इल्म और कायनात के मामलात अल्लाह और उसके रसूल मोहम्मद मुस्तफ़ा सल्लल्लाहु अलैहि वसल्लम के दरमियान है। तो मैं एज ए लीडिंग बड़ा मुख्तसर सिर्फ अल्लाह ताला जल्ला जलालुहु है और नबी पाक सल्लल्लाहु अलैहि वसल्लम खातमुन नबीयीन रहमतल लिल आलमीन है। ये हमें समझना है सिर्फ। अब बात इशू ये था कि जो आज का था कि डॉलर्स, अब डॉलर के मतलब मैं मुख्तसर सिर्फ इतना कहूँगा कि हमारे मुल्क पे जो है ना आज तक प्रेशर ग्रुप है। प्रेशर ग्रुप ने सिर्फ हुकूमत की है। अब वो प्रेशर ग्रुप कौन है? वो लोग जो हमें हायर करते हैं, जो अवाम को जलील करते हैं। अब उन्होंने ज़ाहिरा किया हुआ है डॉलर को, और जब तक वो डॉलर उनसे नहीं निकाले जाएंगे ना तो आपका लेवल नीचे नहीं आ सकता है। तो इसके लिए बहुत जरूरी है कि उनको अपनी गिरफ्त में लिया जाए, उनसे वो डॉलर जो है ना वो बाहर निकाले जाए जो वो ब्लैक करते हैं, जो वो खुद अपने पास रखते हैं। अब आगे आगे जो गुर्बत है वो मैं भी जानता हूँ, आप भी जानते हैं, मुफलिसी पढ़ रहे हैं अल्लामा इकबाल रहमतुल्लाह अलैह की, कि ये एक लानत है। अब इससे अगर वो हमारा सारा कर्जा माफ भी हो जाए तो यकीन करें कि हम फिर भी स्टैंड नहीं कर सकते हैं। मैं वाज़ेह कह रहा हूँ, क्यों नहीं स्टैंड कर सकते? अगर कोई आदमी बुखार में मुब्तला है तो जब बुखार से छोड़ देता है तो आखिर कमजोरी तो रहती है ना उस पर। अब हमारी बदकिस्मती ये है कि आज तक किसी ने मुल्क और कौम की बात नहीं की है, और किसी को आज तक 5 साल पूरे नहीं करने दिए गए। और यही जो है ना हमारी बुनियादी वजह है कि हमारे मुल्क का इन्होंने बेड़ा गर्क कर दिया है कि कम से कम 5 साल दे वो ये ना कह सके कि मेरी हुकूमत गिरा दी गई थी।
सकते हैं कि मांगना जो है वो सबसे आसान काम है, वही हमने चूज कर लिया है कि ठीक है मंगो और मौज करो, सगड़े देने हालात। डॉक्टर साहब इस वक्त ये अभी अंसारी साहब ने बात की कि फ्री लांसर, इस वक्त पूरी दुनिया के अंदर डॉक्टर साहब फ्री लांसर इतना बड़ा बिजनेस है, और कुछ हमारे लॉज जो है वो शायद हमें अभी भी इस बात की इजाज़त नहीं दे रहे गवर्नमेंट लेवल के ऊपर कि जो इंडिया से जो हमारी ट्रेड है फ्री लांसर की, वो पैसे जो है वो पाकिस्तान में नहीं आ रहे। डॉक्टर साहब हमारा इस वक्त 4 से 5 अरब डॉलर जो है वो दुबई के अंदर पार्क है। ये जितने बड़े फ्री लांसर हैं इन सब के अकाउंट जो हैं वो बैंक ऑफ दुबई के अंदर है। पैसा जो है वो इंडिया से दुबई में आता है और वो पाकिस्तान में डायरेक्ट नहीं आ सकता। बाई लॉ इंडिया से हम डायरेक्टली पैसे नहीं मंगवा सकते। चैम्बर्स के हवाले से हमने इस पर कोशिश की कि इकोनॉमिक जोन जो है इसका वो बने, इसलिए कि इंडिया इस वक्त सबसे बड़ी इंडस्ट्री है सॉफ्टवेयर की। फ्री लांसर के जितने काम हैं हम बुनियादी तौर पे आज भी ब्रोकर हैं, काम डायरेक्टली हमें आता नहीं है, हम काम लेते हैं उनसे कि जनाब एक मुलाजम उन्होंने पाकिस्तान में रखा है या 100 मुलाजम रखा है, वो काम उनको दे रहे हैं, उसके अगेंस्ट उसके जो पैसे आ रहे हैं, लेकिन वो बदकिस्मती से इंडिया से पैसे जो हैं वो हमें नहीं आ रहे। बात थोड़ी सी दूसरी तरफ निकल जाएगी जो बिजली के हवाले से। डॉक्टर साहब एनर्जी का जो क्राइसिस है, मैं ये समझता हूँ कि आज तक इसके ऊपर न किसी ने काम किया है। पूरी दुनिया जो है इस वक्त आप अगर उठा के देखें तो हर साल जो एनर्जी का जो सोर्स है वो कम हो रहा है। पूरी दुनिया जो है वो एनर्जी बचाने के लिए काम कर रही है, इसलिए कि ऑयल प्रोड्यूसिंग कंट्री जो है वो दुनिया में 4 से 6 हैं, और हर बैलेंस ऑफ पेमेंट जो है इस वक्त स्पेशली कोविड के बाद वो पूरी दुनिया का खराब है, चाहे वो आप यूरोप को उठा लें या अमेरिका को उठा लें। अल्टीमेट जहां से भी आपने ऑयल परचेज कर रहे हैं आपने उसके अगेंस्ट पेमेंट जो है वो इन शेप ऑफ डॉलर करनी है। इन्वर्टर टेक्नोलॉजी आई डॉक्टर साहब, गाड़ियों के अंदर हाइब्रिड टेक्नोलॉजी आई, लेकिन हर साल हर मुल्क के अंदर जो है उन्होंने अपना एनर्जी का जो बिल है उसको रिड्यूस किया है, और हम वो कौम है जो हर साल अपने एनर्जी बिल को जो है वो बढ़ाते चले जा रहे हैं। 25 से 27 बिलियन डॉलर की डॉक्टर साहब इस वक्त हम सिर्फ इंपोर्ट कर रहे हैं ऑयल सेक्टर के अंदर। IPPs के अंदर हमने काम किया, हमने हमेशा एडहॉक बुनियादों के ऊपर काम किया, हमने रेंटल पावर प्लांट लगाए, हम ना हाइड्रल की तरफ गए ना हम एटॉमिक की तरफ गए। बदकिस्मती है कि हमने कोल के प्लांट लगा लिए और वो भी इंपोर्टेड कोल के ऊपर, को हम बाहर से ही मंगवाएंगे तो उसको जलाएंगे। अल्लाह तू मालिक है, राज़िक है, खालिक है, अल्लाह तू गफूर रहीम है, माफ़ करने वाला है। अल्लाह हमारी सारी ज़िंदगी की कमियाँ गुनाह है, अल्लाह माफ़ फरमा। अल्लाह हम जिस मकसद के लिए यहाँ पे इकट्ठे होते हैं, अल्लाह इस शहर के लिए, इस मुल्क के लिए और पूरी मज़लूम आवाम की आवाज़ बनने के लिए, अल्लाह हमें मज़ीद ताकत दे कि हम ये आवाज़ मज़ीद ताकत से इस पे बजावरी ला सकें। अल्लाह तू मालिक है, अल्लाह तू ही हदायत देने वाला है, अल्लाह हमें इस हदायत पे कायम रख और मज़ीद अल्लाह हमें हदायत दे कि हम मज़लूम गरीब लोगों के काम आ सकें, प्रैक्टिकली फिज़िकली और अपने कलम की ताकत से अल्लाह हम इनकी खिदमत कर सकें। अल्लाह डॉक्टर साहब अल्लाह बड़ी मोहब्बत करते हैं इस शहर से, इस मुल्क से, इस गरीब आवाम से और दोस्तों के साथ अल्लाह शफ़क़त फरमाते हैं। अपना कीमती वक़्त है अल्लाह इस उम्र में हमें देते हैं, इस शहर के लिए देते हैं, अल्लाह कबूल फरमा। सल्लल्लाहु तआला अला खैरिल खल्क़ि मोहम्मद व आलिहि व सहाबिहि आमीन या